ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਤੱਖ ਥਿਹ ਪਾਰ ਬ੍ਰਹਮ ਸੁਆਮੀ, ਆਦ ਰੂਪ ਮੋਖਣ ਪਰਣੰ। ਸਤ ਗੁਰ ਗੁਰ ਸੇਵ ਅਲਖ ਗਤ ਜਾਕੀ, ਸ਼੍ਰੀ ਰਾਮਦਾਸ ਧਾਰਨ ਤਰਣੰ। ਹਮ ਅਵਗਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖ ਬਿਖ ਖਾਈ। ਮਾਇਆ ਮੋਹ ਪਰਮ ਪੈ ਭੁਲੇ, ਸੁਤ ਧਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਕਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੁਖ ਹੋਟਲ ਗੁਰ ਸੇਵੀਐ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾ, ਜਾ ਕੈ ਦਰਸ ਪਾਪ ਕੋਟ ਉਤਾਰੇ। ਭੇਟਤ ਸੰਗ ਇਹੋ ਪਵ ਜਲ ਤਾਰੇ। ਜਾ ਕੈ ਦਰਸ ਪਾਪ ਕੋਟ ਉਤਾਰੇ। ਭੇਟਤ ਸੰਗ ਇਹੋ ਪਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਣਤ ਸੁਖ ਸਾਰੇ। ਜਾ ਕੇ ਟਹਿਲ ਜਮਦੂਤ ਬਿਦਾਰੇ। ਜਾ ਕੀ ਧੀਰਕ ਇਸ ਮਨਿ ਸਧਾਰੇ। ਜਾ ਕੈ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਰਨ ਨਾਨਕ ਤਿਨ ਸਦ ਬਲਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸਰਨ ਨਾਨਕ ਤਿਨ ਸਦ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ
हाजरा हजूर जहरा जहूर सर्ब कला भरपूर वाले कुल आलम कृपा निधान भगत वशल दो जहान के रक्षक रहमतां दे खजाने बख्शिशां दे भंडार निमाणियां दे मान ने ताणियां दे ताण ने ओटियां दी ओट ने आसरियां दे आसरे धन धन साहिब श्री गुरु ग्रंथ साहिब महाराज तिन्हां दी पावन पवित्र हजूरी अंदर जुड़ बैठे अति सत्कारयोग सतसंगी जनो। सतगुर पातशाह जी ने बख्शिश की है, रहमत की है, जो असा सब नूं अमृत वेले दी संगत करन दे सुभाग समय प्राप्त करवाए ने। आप सब संगतां अमृत वेले तो सतगुरां दी पावन गोद विखे बैठ के अमृत बाणी दे नाल सांझ पा के बैठे सी अते अरदास तो उपरंत सतगुरां दे पासों अज दे हुक्म प्राप्त कीते हन। गुरमुखो अज दे हुक्म दी विचार आरंभ करन तो पहला अपने मन अते चित नूं करिए एकाग्र। इस मन नूं सतगुरां दे चरनां दे नाल जुड़न दा यतन कीता जावे अते वध तो वध सतगुरां दे बख्शे उपदेश दा लाहा लिया जावे कि साडा जीवन जिहड़ा है तब्दील हो सके। साडा जीवन जिहड़ा रसातल वल है जांदा वो चढ़दी कला दे वल मुड़ आवे। सतगुर दे चरनां दे विच अरदास करनी है अते आओ सब संगतां सतगुर पातशाह जी वल्लों बख्शिया होया उपदेश इस दी विचार आरंभ करिए। मन नूं करिए एकाग्र। सारी संगत प्यार नाल आखो जी वाहिगुरू जी का खालसा वाहिगुरू जी की फतेह। सतगुर पातशाह बख्शिश वरतोंदे ने कि सोही महला पंजवा कि ये शब्द जिहड़ा है ना जो अज दा हुक्म सतगुरु जी ने साडी झोली विच पाया है, यह शब्द पंचम पातशाह शहीदां दे सरताज धन धन श्री गुरु अर्जन देव महाराज जी वालों उचारण किया होया है। सूही राग दे अंदर गाउण दा हुक्म है अते श्री गुरु ग्रंथ साहिब महाराज जी दे पवित्र अंग 739 ते शोभायमान है। जाके दर्श पाप कोट उतारे कहंदे ने सतगुर पातशाह आरंभता दे विच भी सानू उपदेश बख्शिश कर दिंदे ने कि भाई असल दे विच दर्शन कर, दर्शन उस दे कर जेदे दर्शन कीतियां ना तेरे करोड़ा पाप उतर जावण। दोबारा फिर बेनती कर देवां सतगुर पातशाह बख्शिश वरतोंदे ने कि भाई मनुख ओदे दर्शन कर जेदे दर्शन कीते ना तेरे कीते हुए अनेकां पाप जिहड़े ने मिट जावण उतर जावण। क्योंकि इंसान सवेर तो लैके सौण तक भाव इत्थों तक कि 24 घंटे ही ये इंसान जिहड़ा है ना पाप इकट्ठे कर रहा है।
ਭਾਵੇਂ ਉਹ ਸਰੀਰਕ ਰੂਪ ਤੇ ਜਾਗਦਾ ਹੋਵੇ, ਭਾਵੇਂ ਉਹ ਸੌਣ ਤੋਂ ਉਪਰੰਤ ਸੁਪਨਿਆਂ ਦੇ ਵਿੱਚ ਪਾਪ ਇਕੱਠੇ ਕਰਦਾ ਹੈ। ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਗੁਰਮੁਖੋ, ਸਤਿਗੁਰ ਪਾਤਸ਼ਾਹ ਜੀ ਨੇ ਗੱਲ ਕਹਿ ਦਿੱਤੀ ਕਿ ਇਹ ਮਨੁੱਖ, ਤੂੰ ਉਹਦੇ ਦਰਸ਼ਨ ਕਰ ਜਿਹਦੇ ਦਰਸ਼ਨ ਕੀਤੇ ਆ ਨਾ, ਤੇਰੇ ਅਨੇਕਾਂ ਪਾਪ ਜਿਹੜੇ ਨੇ ਖਤਮ ਹੋ ਜਾਵਣ, ਉਤਰ ਜਾਵਣ। ਗੁਰਮੁਖੋ, ਆਪ ਸਭ ਸੰਗਤਾਂ ਮੇਰੇ ਸਮੇਤ ਆਪਾਂ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਾਂ। ਆਪਾਂ ਦਰਸ਼ਨ ਕਰਦੇ ਹਾਂ, ਗੁਰੂ ਘਰ ਚੱਲ ਕੇ ਆਉਂਦੇ ਹਾਂ, ਨਮਸਕਾਰ ਕਰਦੇ ਹਾਂ, ਪਰਿਕਰਮਾ ਕਰਕੇ ਪ੍ਰਸ਼ਾਦ ਲਿਆ, ਉਹ ਗਏ। ਇਹ ਦਰਸ਼ਨ ਚਲੋ ਕਰਨੇ ਚਾਹੀਦੇ ਨੇ, ਪਰ ਜਿਹੜੇ ਦਰਸ਼ਨ ਕੀਤੇ ਆ ਸਾਡੇ ਪਾਪ ਖਤਮ ਹੋਵਣ, ਜਿਹੜੇ ਦਰਸ਼ਨ ਕੀਤੇ ਆ ਸਾਡੇ ਪਾਪ ਖਤਮ ਹੋਵਣ, ਕਿਉਂਕਿ ਸਾਨੂੰ ਸਤਿਗੁਰਾਂ ਨੂੰ ਨਮਸਕਾਰ ਕਰਦਿਆਂ ਕਿਸੇ ਨੂੰ 30 ਸਾਲ ਹੋ ਗਏ ਨੇ, ਕਿਸੇ ਨੂੰ 40 ਸਾਲ ਹੋ ਗਏ ਨੇ, ਕਿਸੇ ਨੂੰ 50 ਸਾਲ ਹੋ ਗਏ ਨੇ, ਕਿਸੇ ਨੂੰ 70 ਸਾਲ ਹੋ ਗਏ ਨੇ, ਪਰ ਸਾਡਾ ਜੀਵਨ ਫਿਰ ਉੱਥੇ ਤਾਂ ਉੱਥੇ ਖਲੋਤਾ ਹੋਇਆ ਹੈ। ਸਾਡੇ ਜੀਵਨ ਦੇ ਵਿੱਚ ਕੋਈ ਤਰੱਕੀ ਨਹੀਂ, ਕੋਈ ਤਬਦੀਲੀ ਨਹੀਂ ਆਈ। ਜਿਸ ਤਰ੍ਹਾਂ ਅਸੀਂ ਪਹਿਲਾਂ ਪਾਪ ਕਰਦੇ ਆ ਰਹੇ ਸਾਂ, ਉਹ ਅੱਜ ਵੀ ਕਰੀ ਜਾ ਰਹੇ ਆ। ਭਾਵ ਕੋਈ ਫਰਕ ਕੋਈ ਨਹੀਂ ਪਿਆ। ਫਰਕ ਤਾਂ ਪੈਣਾ ਸੀ, ਆਪਾਂ ਹੁਣ ਅੱਗੇ ਚੱਲਦੇ ਹਾਂ। ਸਤਿਗੁਰ ਪਾਤਸ਼ਾਹ ਜੀ ਨੇ ਕਿਹੜੇ ਦਰਸ਼ਨਾਂ ਦੀ ਗੱਲ ਕੀਤੀ ਏ? ਸਤਿਗੁਰ ਪਾਤਸ਼ਾਹ ਜੀ ਨੇ ਦਰਸ਼ਨ ਦੀ ਗੱਲ ਕੀਤੀ ਏ ਕਿ ਸਤਿਗੁਰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ। ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਪਿਆ ਏ। ਭਾਵ ਸਾਰੀ ਜਗਤ ਵੇਖ ਰਿਹਾ। ਨਮਸਕਾਰ ਅਸੀਂ ਵੀ ਕਰ ਰਹੇ ਹਾਂ। ਜੇਤਾ ਜਗਤ ਸੰਸਾਰ, ਕਹਿੰਦੇ ਡਿਠੇ ਮੁਕਤ ਨਾ ਹੋਵੇ। ਕਹਿੰਦੇ ਨੇ ਕੇਵਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਚਲੇ ਜਾਣਾ, ਡਿਠੇ ਮੁਕਤ ਨਾ ਹੋਵੇ। ਇਸ ਤਰ੍ਹਾਂ ਮੁਕਤੀ, ਇਸ ਤਰ੍ਹਾਂ ਪਾਪਾਂ ਤੋਂ ਮੁਕਤੀ ਨਹੀਂ ਮਿਲਣੀ ਤੈਨੂੰ। ਕਿਤਨਾ ਚਿਰ ਜਿਚਰ ਸ਼ਬਦ ਨਾ ਕਰੇ ਵਿਚਾਰ। ਜੇਕਰ ਸ਼ਬਦ ਨਾਲ ਸਾਂਝ ਨਹੀਂ ਪਾਈ, ਸ਼ਬਦ ਦੀ ਆਪਾਂ ਵਿਚਾਰ ਹੀ ਨਹੀਂ ਕੀਤੀ, ਤੇ ਕਹਿੰਦੇ ਨੇ ਇਸੇ ਦਰਸ਼ਨ ਕਰਨ ਦਾ ਕੋਈ ਫਾਇਦਾ ਨਹੀਂ। ਸਤਿਗੁਰੂ ਨੂੰ ਸਭ ਕੋ ਲੋਚਦਾ, ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਕਹਿੰਦੇ ਡਿਠੇ ਮੁਕਤ ਨਾ ਹੋਵੇ। ਡਿਠਣਾ, ਡਿਠੇ ਕਹਿੰਦੇ ਨੇ ਵੇਖਣਾ। ਡਿਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਸੇ ਗੱਲ ਨੂੰ ਭਾਈ ਗੁਰਦਾਸ ਜੀ ਆਪਣੀ ਇੱਕ ਰਚਨਾ ਦੇ ਵਿੱਚ, ਆਪਣੀ ਵਾਰ ਦੇ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਇੱਕ ਰਤਨਾ ਦਾ ਜੜਿਆ ਹੋਇਆ ਇੱਕ ਹਾਰ, ਕੀਮਤੀ ਹਾਰ ਹੋਵੇ, ਉਹ ਬਾਂਦਰ ਦੇ ਗਲੇ ਬੰਨ੍ਹ ਦਿੱਤਾ ਜਾਵੇ, ਕਿ ਉਸ ਬਾਂਦਰ ਨੂੰ ਉਸ ਹਾਰ ਦੀ ਕੀਮਤ ਪਤਾ ਹੈ। ਉਸ ਬਾਂਦਰ ਨੂੰ ਉਸ ਹਾਰ ਦੀ ਕੀਮਤ ਪਤਾ ਹੈ? ਨਹੀਂ ਪਤਾ ਹੋਵੇਗੀ। ਉਹ ਖਰਾਬ ਕਰ ਦੇਵੇਗਾ, ਸਿੱਟ ਦੇਵੇਗਾ, ਅਜ਼ਾਂ ਗਵਾ ਦੇਗਾ। ਕਹਿੰਦੇ ਨੇ ਕਿ ਰਤਨ ਮਣੀ ਗਲ ਬਾਂਦਰ ਹੈ, ਹਕੀਮ ਨਾ ਜਾਣੇ। ਹਕੀਮ ਨਾ ਜਾਣੇ। ਕੋਈ ਅਣਜਾਣ ਬੰਦੇ ਨੂੰ ਜੇਕਰ ਮੰਨ ਲਓ ਕਿ ਇੱਕ ਰਤਨਾ ਦੇ ਹਾਰ ਹੋਵੇ, ਅਣਜਾਣ ਬੰਦੇ ਨੂੰ ਫੜਾ ਦਿੱਤਾ ਜਾਵੇ, ਉਹਨੇ ਤੇ ਕਹਿਣਾ ਇਹ ਮੋਤੀ ਏ, ਇਹਨੂੰ ਸੁੱਟ ਦਿੱਤਾ ਜਾਵੇ। ਅਸਲੀ ਹਾਰ ਦੀ ਕੀਮਤ ਉਹੀ ਜਾਣ ਸਕਦਾ ਹੈ ਜੋ ਜੋਹਰੀ ਹੁੰਦਾ ਹੈ, ਜਿਸ ਨੂੰ ਉਹਦੀ ਪਰਖ ਹੋਵੇ। ਪਰਖ ਤਾਂ ਹੁੰਦੀ ਹੈ ਜਦੋਂ ਅਸੀਂ
ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਗੁਰਮੁਖ ਫਿਰ ਅਗਲੀ ਉਦਾਹਰਨ ਫਿਰ ਦੇ ਦਿੰਦੇ ਨੇ। ਇੱਕ ਕੜਛੀ ਦੀ ਉਦਾਹਰਨ ਦਿੰਦੇ ਆ ਜੀ। ਇੱਕ ਕੜਛੀ ਦੀ ਉਦਾਹਰਨ ਕਿਸ ਤਰ੍ਹਾਂ, ਕੜਛੀ ਸਾਉ ਨ ਸੰਭਲੈ ਭੋਜਨ ਰਸ ਖਾਣੇ। ਇੱਕ ਕੜਛੀ ਜਿਹੜੀ ਏ ਉਹ ਮਿੱਠੇ ਦੇ ਵਿੱਚ ਵੀ ਫਿਰਦੀ ਏ, ਉਹ ਨਮਕੀਨ ਦੇ ਵਿੱਚ ਵੀ ਫਿਰਦੀ ਹੈ, ਸਬਜ਼ੀ ਵਿੱਚ ਵੀ ਫਿਰਦੀ ਹੈ, ਚੌਲਾਂ ਦੇ ਵਿੱਚ ਵੀ ਫਿਰਦੀ ਹੈ, ਭਾਵ ਕਈ ਪਦਾਰਥਾਂ ਦੇ ਵਿੱਚ ਫਿਰਦੀ ਹੈ। ਇੱਥੇ ਸਾਡੇ ਵਰਗਿਆਂ ਦੀ ਉਦਾਹਰਨ ਦਿੱਤੀ ਸਤਿਗੁਰ ਨੇ ਕਿ ਜਿਸ ਤਰ੍ਹਾਂ ਪੜ੍ਹਿਆ, ਜਿਸ ਤਰ੍ਹਾਂ ਸੁਣਿਆ, ਆਪ ਸਭ ਸੰਗਤਾਂ ਨੂੰ ਸੁਣਾ ਦਿੱਤਾ, ਪਰ ਆਪ ਕੁਝ ਕਮਾਇਆ ਹੀ ਨਹੀਂ। ਆਪ ਕੁਝ ਕਮਾਇਆ ਹੀ ਨਹੀਂ, ਆਪ ਕਦੀ ਨਾਮ ਜਪਿਆ ਨਹੀਂ, ਆਪ ਕਦੀ ਬਾਣੀ ਪੜ੍ਹੀ ਨਹੀਂ। ਜਿਸ ਤਰ੍ਹਾਂ ਪੜ੍ਹਿਆ ਉਸ ਤਰ੍ਹਾਂ ਸੁਣਾ ਦਿੱਤਾ, ਜਿਸ ਤਰ੍ਹਾਂ ਸੁਣਿਆ ਉਸ ਤਰ੍ਹਾਂ ਸੁਣਾ ਦਿੱਤਾ। ਕਹਿੰਦੇ ਨੇ ਕੜਛੀ ਇੱਕ ਵੱਖ-ਵੱਖ ਪਦਾਰਥਾਂ ਦੇ ਵਿੱਚ ਫਿਰਦੀ ਹੈ ਤੇ ਉਹ ਕੜਛੀ ਨੂੰ ਪੁੱਛਿਆ ਜਾਵੇ ਕਿ ਭਾਈ ਇਸ ਸਬਜ਼ੀ ਦਾ ਕੀ ਸਵਾਦ ਹੈ, ਇਸ ਪਦਾਰਥ ਦਾ, ਇਸ ਭੋਜਨ ਦਾ ਕੀ ਸਵਾਦ ਹੈ, ਕੜਛੀ ਨੂੰ ਪੁੱਛਿਆ ਜਾਵੇ ਤੇ ਕੜਛੀ ਨੂੰ ਸਵਾਦ ਕੀ ਪਤਾ ਲੱਗੇਗਾ ਜੀ। ਉਸਨੂੰ ਤਾਂ ਵਰਤਿਆ ਆਪਾਂ ਇਹ ਸਾਈਡ ਤੇ ਰੱਖ ਦਿੱਤਾ। ਕਹਿੰਦੇ ਨੇ ਕਿ ਰਤਨ ਮਣੀ ਗਲ ਬਾਂਦਰ ਕਹਿ ਕੀ ਮਨ ਨਾ ਜਾਣੇ, ਕੜਛੀ ਸਾਉ ਨ ਸੰਭਲੈ ਭੋਜਨ ਰਸ ਖਾਣੇ। ਇਹ ਭੋਜਨਾਂ ਦੇ ਵਿੱਚ ਫਿਰਦੀ ਹੈ ਪਰ ਉਹ ਰਸ ਨਹੀਂ ਚੱਖ ਪਾਉਂਦੀ, ਉਹ ਚੱਖ ਨਹੀਂ ਪਾਉਂਦੀ। ਕਹਿੰਦੇ ਨੇ ਡੱਡੂ ਚਿੱਕੜ ਵਸ ਹੈ ਕਬਲੇ ਨਾ ਸੰਝਾਣੇ। ਡੱਡੂ ਚਿੱਕੜ ਦੇ ਵਿੱਚ ਹੁੰਦਾ ਏ, ਇਹ ਚਿੱਕੜ ਦੇ ਵਿੱਚ ਹੀ ਕਮਲ ਦਾ ਫੁੱਲ ਹੁੰਦਾ ਏ। ਡੱਡੂ ਨੂੰ ਕੀ ਪਤਾ ਕਿ ਕਮਲ ਦਾ ਫੁੱਲ ਕਿਤਨਾ ਸੁੰਦਰ ਹੁੰਦਾ ਏ। ਡੱਡੂ ਨੂੰ ਨਹੀਂ ਪਤਾ ਕਿ ਕਮਲ ਦਾ ਫੁੱਲ ਕੀ ਹੈ। ਇਹਦੇ ਨਾਮ ਨਾਭ ਕਥੋਰੀ ਮਿਰਗ ਦੇ ਫਿਰਦਾ ਹੈ ਰਹਿਣੇ। ਇੱਕ ਮਿਰਗ ਦੀ ਉਦਾਹਰਨ ਦੇ ਦਿੱਤੀ। ਕਹਿੰਦੇ ਨੇ ਇੱਕ ਮਿਰਗ ਜਿਸਨੂੰ ਇੱਕ ਜਾਨਵਰ ਹੈ, ਉਹਦੀ ਨਾਭੀ ਦੇ ਵਿੱਚ ਕਸਤੂਰੀ ਛਿਪੀ ਹੁੰਦੀ ਹੈ, ਕਸਤੂਰੀ। ਤੇ ਜਦੋਂ ਕਸਤੂਰੀ ਸੁੰਘਦਾ ਹੈ ਨਾ, ਕਦੀ ਇੱਧਰ ਭਟਕਦਾ ਹੈ ਲੱਭਣ ਦੇ ਲਈ, ਕਦੀ ਇੱਧਰ ਜਾਂਦਾ ਹੈ, ਕਦੀ ਉੱਧਰ ਜਾਂਦਾ ਹੈ। ਪਰ ਉਸ ਮਿਰਗ ਨੂੰ ਇਹ ਨਹੀਂ ਪਤਾ ਕਿ ਮੇਰੀ ਨਾਭੀ ਦੇ ਵਿੱਚ ਹੀ ਇਹ ਕਸਤੂਰੀ ਛਿਪੀ ਹੋਈ ਹੈ। ਨਾਭ ਕਥੋਰੀ ਮਿਰਗ ਦੇ ਫਿਰਦਾ ਹੈ ਰਾਣੇ। ਆਲੇ ਦੁਆਲੇ ਫਿਰਦਾ ਹੈ, ਮੈਨੂੰ ਕਸਤੂਰੀ ਮਿਲ ਜਾਵੇ। ਪਰ ਉਹਨੂੰ ਇਹ ਨਹੀਂ ਪਤਾ ਕਿ ਜਿਹੜੀ ਕਸਤੂਰੀ ਹੈ ਨਾ ਮੇਰੀ ਨਾਭੀ ਦੇ ਵਿੱਚ ਹੀ ਛਿਪੀ ਹੋਈ ਹੈ। ਤੇ ਗੁਰਮੁਖੋ ਸਾਡੀ ਅਵਸਥਾ ਵੀ ਇਹੀ ਹੈ, ਸਾਡੀ ਅਵਸਥਾ ਵੀ ਇਹੀ ਹੈ। ਅਸੀਂ ਪਾਪ ਕਟਾਉਣ ਦੇ ਲਈ ਨਾ, ਪਾਪ ਉਤਾਰਨ ਦੇ ਲਈ ਇੱਧਰ ਉੱਧਰ ਭਟਕਦੇ ਫਿਰਦੇ ਹਾਂ। ਅਸੀਂ ਕਿਤੇ ਜਾ ਕੇ ਨੱਕ ਰਗੜ ਲਈਏ, ਕਦੇ ਕਿਤੇ ਜਾ ਕੇ ਨੱਕ ਰਗੜੀ ਜਾਈਏ, ਕਦੀ ਕਿਤੇ ਜਾ ਕੇ ਸਿਰ ਝੁਕਾ ਦਈਏ, ਕਦੀ ਕਿਤੇ ਜਾ ਕੇ ਸਿਰ ਝੁਕਾ ਦਈਏ। ਭਾਵ ਕਿ ਅਸੀਂ ਆਪਣੇ ਪਾਪਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹਰ ਇੱਕ ਬੰਦਾ ਜਿਹੜਾ ਹੈ ਆਪਣੇ ਪਾਪਾਂ ਤੋਂ ਛੁਟਕਾਰਾ ਚਾਹੁੰਦਾ ਹੈ। ਪਰ ਸਤਿਗੁਰ ਪਾਤਸ਼ਾਹ ਜੀ ਨੇ ਇਹ ਗੱਲ ਕਹਿ ਦਿੱਤੀ ਕਿ ਭਾਈ ਤੇਰੇ ਕੀਤੇ ਹੋਏ ਪਾਪਾਂ, ਜਿਹੜੇ ਕੀਤੇ ਹੋਏ ਤੇਰੇ ਪਾਪ ਹੈ ਨਾ, ਇਹ ਤੂੰ ਆਪ ਖੁਦ ਹੀ ਇਹਨਾਂ ਤੋਂ ਛੁਟਕਾਰਾ ਪਾ ਸਕਦਾ ਹੈ, ਕੋਈ ਦਵਾ ਨਹੀਂ ਸਕਦਾ। ਉਹ ਤਾਂ ਹੋ ਸਕਦਾ ਹੈ ਜੇਕਰ ਤੈਨੂੰ ਉਹ ਕਸਤੂਰੀ ਮਿਲ ਜਾਵੇ। ਕਸਤੂਰੀ ਮਿਲ ਜਾਵੇ ਨਾ, ਉਹ ਜਿਹੜੀ ਮਿਰਗ ਦੇ ਵਿੱਚ ਹੈ, ਨਾਭੀ ਦੇ ਵਿੱਚ ਹੈ। ਗੁਰਮੁਖੋ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੋਲ ਹਨ, ਸਾਡੇ ਕੋਲ ਹਨ, ਪਰ ਅਸੀਂ ਇਹਨੂੰ ਪੜ੍ਹਨ ਦਾ ਯਤਨ ਹੀ ਨਹੀਂ ਕੀਤਾ।
साडी उम्र इतनी हो गई, 30 साल 35 साल 70 साल 50 साल हो गई, पर इस उम्र को असी अजाएं गवा के बह गए। अजे तक सानू जपजी साहिब दे 5 पौड़ियां तक नहीं आईयां। ये गल विचारन वाली है गुरमुखो कि सतगुर पातशाह जी ने किहड़े दर्शनां दी गल कीती है। जाके दर्श पाप कोट उतारे, जिहदे दर्शन कीतियां साडे करोड़ा पाप खत्म हो जावन, ऐसे दर्शन कर। वो दर्शन सतगुरु दी बाणी पढ़ के होने ने। कहंदे नाभ कथोरी मिर्ग दे फिरदा पर हैराने, गुजर गोरस वेच के खल सूड़ी आणे। कहते ने अज भी देखते हाँ जी, असी गुजर भाईचारा जिन्होंने मझां रखिया होंदियां ने दुध वेचते ने, दुध वेच के वो रुपया पैसा वटते ने, फिर जाके सूड़ा लैके आउंदे ने, खल लैके आउंदे ने पाउण दे लई। ते कहंदे ने उन्हां पैसिਆਂ ਦਾ जाके ना दुध वेच दिता, उन्हां पैसिਆਂ ਦਾ जाके खल लैन दी सूड़ा लै आंदा, पर उस दुध नूं आप चख के वेख्या ही नहीं कि दुध किहड़ी मझ दा किस तरह दा है। गुजर गोरस वेच के खल सूड़ी आणे, बेमुख मूल कुथया दुख सहे जमाणे। इन्होंने गुरु तो बेमुख हो गया ना, बेमुख मुल्लोह भुल्ले कुथया दुख सहे जमाने। फिर दुखों का सामना करना पैंदा है। जदों सतगुर दी बाणी पढ़ी नहीं, सारा जिंदगी असी अजाएं गवा लई, सतगुर नूं पढ़न दा यतन ही नहीं कीता, बाणी नूं पढ़न दा यतन ही नहीं कीता, और असी सारे काम सीख लिया जी। असी साइकिल चलाउणा सिੱਖਿਆ सब तो पहला, फिर असी मोटरसाइकिल स्कूटर ते आ गए, वो सीख लिया। फिर असी वड्डियां वड्डियां कारां सीख लईयां, जहाज सीख ले चलाउणे। पर सतगुर दी बाणी नूं सिੱਖਣ ਦਾ असी यतन ही नहीं कीता। सतगुर दी बाणी नूं असी सिੱਖਣ ਦਾ पढ़न ਦਾ यतन ही नहीं कीता। ये डरते रहे कि किते बाणी गलत ना हो जाए, सानू पाप लग जाएगा। गुरमुखो चरण शरण गुर एक पैंडा चाहे चल, सतगुर कोट पैंडा आगे होए लेत हैं। तो सतगुर वाल एक कदम पढ़दा है ना, सतगुर करोड़ा कदम अगे होकर तेन मिलते हैं। जेकर सतगुर की बाणी नूं असीं पढ़न की कोशिश ही करते हैं ना, तो सतगुर पातशाह रहमत वरता दिंदे, मेरा भरिया हथ रख दिंदे ने। अपनी जिंदगी दे विच घटो घट एक सहज पाठ जरूर करिए। अपनी जिंदगी दे विच घटो घट एक सहज पाठ जरूर करिए, अपनी जिंदगी नूं अजाई ना गवालीए। अवल तां सिख दा सहज पाठ निरंतर चलदा रहना चाहिदा है। रहत मर्यादा विच लिखिया होया है, निरंतर सिख दा पाठ जिहड़ा सहज पाठ चलदा रहना चाहिदा है। जेकर असीं रोज दे 4 अंग करते हाँ, 1 साल दे विच भोग पै जांदा है। जेकर असीं रोज दा 1 अंग करते हाँ, 4 साल दे विच भोग पै जांदा है। गुरमुखो असीं बाणी नूं पढ़न दा यतन करिए। सतगुर पातशाह जी ने दर्शनां दी गल कीती है कि ओहदे उस तरह दे दर्शन कर, सतगुर दे इस तरह दर्शन कर, तेरे कीते हुए करोड़ा पाप मिट जावन। जे आप गुरु नानक देव महाराज का इतिहास पढ़ते हैं ना, सज्जन ठग, जो सज्जन ठग दे कोल जांदे ने सतगुर पातशाह, ये सज्जन वेख के सतगुरु नूं जदों वेखदा है ना, ਉਹਦੇ ਪਾਪ ਨੇ ਕੱਟੇ ਜਾਂਦੇ। ਉਹਨੂੰ ਗੱਲ ਨਹੀਂ ਸਮਝ ਆਉਂਦੀ। ਸਤਿਗੁਰੂ ਨੂੰ ਵੇਖਦਾ ਹੈ, ਮਨ ਦੇ ਵਿੱਚ ਲਾਲਚ ਲਾਲਚ ਕਾਹਦਾ ਹੈ ਕਿ ਲੱਗਦਾ ਕੋਈ
ਚੰਗਾ ਧਣੀ ਬਣਦਾ ਏ, ਇਹਦੇ ਕੋਲ ਰੁਪਇਆ ਪੈਸਾ ਚੰਗਾ ਹੋਵੇਗਾ, ਕਿਉਂ ਨਾ ਇਹਨੂੰ ਲੁੱਟਿਆ ਜਾਵੇ। ਸੇਵਾ ਕਰਦਾ, ਲੰਗਰ ਪ੍ਰਸ਼ਾਦਾ ਛਕਾਉਂਦਾ ਹੈ, ਭੋਜਨ ਛਕਾਉਂਦਾ ਹੈ, ਸੇਵਾ ਕਰਦਾ ਹੈ। ਤੇ ਰਾਤ ਨੂੰ ਕੀ ਕਰਦਾ, ਛੁਰਾ ਆਪਣਾ ਤਿੱਖਾ ਕਰਦਾ ਪਿਆ ਹੈ, ਛੁਰਾ ਤਿੱਖਾ ਕਰਦਾ ਹੈ ਕਿ ਮੈਂ ਮਾਰ ਕੇ ਇਹਨਾਂ ਦੇ ਕੋਲੋਂ ਧਨ ਦੌਲਤ ਲੁੱਟ ਲਵਾਂਗਾ। ਗੁਰਮੁਖੋ ਪਿਆਰਿਓ, ਉਸ ਸੱਜਣ ਨੇ ਨਾ ਦਰਸ਼ਨ ਕਰਕੇ, ਕੇਵਲ ਅੱਖਾਂ ਦੇ ਨਾਲ ਦਰਸ਼ਨ ਕਰਕੇ ਨਹੀਂ, ਆਪਣੇ ਪਾਪ ਮੁਕਾਏ। ਜਦੋਂ ਸਤਿਗੁਰ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਨਾ, ਉਜਲ ਕਹਿ ਚਿਲਕਣਾ ਘੋਟਮ ਕਲੜੀ ਮਾਸਤ ਧੁੱਤਿਆ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਚਲਦਿਆਂ ਨਾਲ ਚਲਨ, ਉਦੋਂ ਫਿਰ ਅੱਖਾਂ ਖੁੱਲ ਗਈਆਂ। ਆਓ ਕਿ ਸ਼ਬਦ ਦੇ ਦਰਸ਼ਨ ਕੀਤੇ। ਸ਼ਬਦ ਦੇ ਜਦੋਂ ਸ਼ਬਦ ਦੇ ਦਰਸ਼ਨ ਹੋਏ, ਮਨ ਦੇ ਵਿੱਚ ਮਨ ਇਸ ਤਰ੍ਹਾਂ ਦਾ ਵਿੰਨਿਆ ਗਿਆ ਕਿ ਸਤਿਗੁਰਾਂ ਦੇ ਚਰਨੀ ਟਹਿ ਕੇ ਬਹਿ ਗਿਆ, ਚਰਨੀ ਲੱਗ ਗਿਆ। ਜਿਹੜਾ ਅੱਤ ਦਾ ਕੁਕਰਮੀ ਸੀ, ਇਤਨੇ ਉਸਨੇ ਪਾਪ ਕੀਤੇ, ਲੋਕਾਂ ਨੂੰ ਮਾਰ ਦਿੱਤਾ, ਉਹਦੇ ਪਾਪ ਕੱਟ ਕੇ ਸਤਿਗੁਰ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜ ਦਿੱਤਾ। ਗੁਰਮੁਖੋ, ਇਹ ਹੈ ਸ਼ਬਦ ਦੀ ਤਾਕਤ, ਗੁਰਬਾਣੀ ਦੀ ਤਾਕਤ। ਕੀਤੇ ਹੋਏ ਪਾਪ ਕਿਸ ਤਰ੍ਹਾਂ ਮੁਕਾਉਂਦੀ ਹੈ ਬਾਣੀ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਾਂ ਕੈ ਦਰਸ ਪਾਪ ਕੋਟ ਉਤਾਰੇ, ਹੈ ਗੁਰਸਿੱਖਾ। ਇਸ ਤਰ੍ਹਾਂ ਦੇ ਦਰਸ਼ਨ ਕਰ ਸਤਿਗੁਰੂ ਦੇ, ਬਾਣੀ ਪੜ੍ਹ ਕੇ। ਜਦੋਂ ਤੂੰ ਬਾਣੀ ਪੜ੍ਹ ਲੇਗਾ ਨਾ, ਬਾਣੀ ਪੜ੍ਹ ਕੇ ਤੂੰ ਦਰਸ਼ਨ ਕਰੇਗਾ, ਤੇਰੇ ਕੀਤੇ ਹੋਏ ਅਨੇਕਾਂ ਪਾਪ ਉਤਰ ਜਾਵਣਗੇ। ਆਪਾਂ ਪੜ੍ਹਦੇ ਹਾਂ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਆਪਾਂ ਹਰ ਰੋਜ਼ ਦਰਸ਼ਨ ਕਰਦੇ ਹਾਂ ਕਿ ਸਾਡੇ ਕਰਮ ਪੂਰੇ ਹੋਏ ਨੇ, ਸਾਡੇ ਕਰਮਾਂ ਦੀ ਗਤੀ ਹੋਈ ਅਜੇ ਤੱਕ ਨਹੀਂ। ਗੁਰਮੁਖੋ, ਸਤਿਗੁਰੂ ਪਾਤਸ਼ਾਹ ਜੀ ਨੇ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਾਡੇ ਕਰਮ ਪੂਰੇ ਕਿੱਥੋਂ ਹੋ ਗਏ? ਕਿਉਂਕਿ ਅਸੀਂ ਬਾਣੀ ਤੇ ਪੜ੍ਹੀ ਨਹੀਂ। ਜਾ ਕੇ ਦਰਸ ਪਾਪ ਕੋਟ ਉਤਾੜੇ, ਭੇਟਤ ਸੰਗ ਇਹ ਪਵਜਲ ਤਾਰੇ। ਇਸ ਤਰ੍ਹਾਂ ਦੇ ਦਰਸ਼ਨ ਕਰਨੇ ਨੇ ਕਿ ਅੰਦਰ ਸੱਚਾ ਨੇਹੋ। ਪਹਿਲਾਂ ਤਾਂ ਤੇਰੇ ਅੰਦਰ ਸੱਚਾ ਨੇਹ ਹੋਵੇ ਸਤਿਗੁਰ ਦੇ ਪ੍ਰਤੀ। ਲਾਇਆ ਪ੍ਰੀਤਮ ਆਪਣੇ, ਤਨ ਮਨ ਕੋਈ ਨਿਹਾਲ। ਜਾ ਗੁਰ ਦੇਖਾਂ ਸਾਹਮਣੇ, ਕਹਿੰਦੇ ਤਨ ਵੀ ਤੇ ਮਨ ਵੀ ਨਿਹਾਲ ਹੋ ਜਾਵੇ ਨਾ, ਉਦੋਂ ਸਮਝ ਲੈਣਾ ਕਿ ਤੇਰੇ ਦਰਸ਼ਨ ਜਿਹੜੇ ਸਫਲੇ ਹੋ ਗਏ ਨੇ। ਪਰ ਸਾਡੀ ਉਮਰ ਇਤਨੀ ਲੰਘ ਗਈ, ਅਜੇ ਵੀ ਅਸੀਂ ਕਲਪਨਾ ਦੇ ਵਿੱਚ ਤੁਰੇ ਫਿਰਦੇ ਹਾਂ। ਅਜੇ ਵੀ ਕਲਪ ਕੇ ਆਪਣੀ ਜ਼ਿੰਦਗੀ ਜਿਹੜੀ ਅਜਾਈ ਗਵਾ ਰਹੇ ਹਾਂ। ਪਾਪਾਂ ਦੇ ਵਿੱਚ ਜ਼ਿੰਦਗੀ ਸਾਡੀ ਗਲਤਾਨ ਪਈ ਹੈ। ਅਜੇ ਤੱਕ ਵੀ ਪੜ੍ਹਦੇ ਜ਼ਰੂਰ ਹਾਂ ਅਸੀਂ ਮੁਖ ਤੋਂ, ਸਤਿਗੁਰੂ ਨੂੰ ਦਰਸ਼ਨ ਵੀ ਅਸੀਂ ਕਰਦੇ ਹਾਂ। ਸਤਿਗੁਰਾਂ ਦੇ ਕਹਿੰਦੇ ਨੇ ਆਪਣੇ ਆਪ ਨੂੰ ਨਾ ਸਤਿਗੁਰੂ ਨੂੰ ਸਮਰਪਣ ਕਰ, ਸੱਚਾ ਨੇਹ ਪਾ, ਪਹਿਲਾਂ ਸੱਚਾ ਪ੍ਰੇਮ ਪਾ, ਫਿਰ ਸਤਿਗੁਰ ਪਾਤਸ਼ਾਹ ਬਖਸ਼ਿਸ਼ ਵਰਤਾਉਂਦੇ ਨੇ। ਕਹਿੰਦੇ ਇਸ ਤਰ੍ਹਾਂ ਦੇ ਦਰਸ਼ਨ ਕਰ, ਬਾਣੀ ਪੜਿਆ ਕਰ, ਨਾਮ ਨੂੰ ਜਪਿਆ ਕਰਨਾ, ਫਿਰ ਇਹ ਦਰਸ਼ਨ ਜਿਹੜੇ ਤੇਰੇ ਕਬੂਲ ਹੋਣੇ ਨੇ। ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਪਵਜਲ ਤਾਰੇ। ਕਹਿੰਦੇ ਨੇ ਇਸ ਤਰ੍ਹਾਂ ਪੂਜਾ ਕਰ, ਭੇਟਣਾ ਕਹਿੰਦੇ ਨੇ ਪੂਜਾ ਕਰਨੀ। ਭੇਟਤ ਸੰਗ ਇਹ ਪਵਜਲ ਤਾਰੇ, ਭੇਟਤ ਸੰਗ ਤੋਂ ਭਾਵ ਹੈ ਚਰਨਾਂ ਦੇ ਨਾਲ ਜੁੜ ਜਾਣਾ, ਚਰਨਾਂ ਦੇ ਨਾਲ ਸੰਗ ਪਾ ਲੈਣਾ। ਕਹਿੰਦੇ ਨੇ ਇਸ ਤਰ੍ਹਾਂ ਚਰਨ ਛੁਇਆ ਕਰ ਸਤਿਗੁਰ ਦੇ, ਬਾਣੀ ਪੜ੍ਹ ਕੇ। ਕੇਵਲ ਰੁਮਾਲਾ ਚੁੱਕਿਆ, ਦਰਸ਼ਨ ਕਰਕੇ ਰੁਮਾਲਾ ਫਿਰ ਉੱਪਰ ਦੇ ਦਿੱਤਾ। ਇਹਨੂੰ ਪੜ੍ਹਨ ਦੀ ਕੋਸ਼ਿਸ਼ ਵੀ ਕਰਕੇ ਰੁਮਾਲੇ ਥੱਲੇ ਹੈ ਕੀ, ਯਤਨ ਕਰ ਇਸ ਨੂੰ। ਕਿਤਨਾ ਵੱਡਾ, ਕਿਤਨਾ ਭਰਪੂਰ ਖਜ਼ਾਨਾ ਹੈ ਮੇਰੇ ਕੋਲ। ਅਸੀਂ
ਇਸ ਖਜ਼ਾਨੇ ਨੂੰ ਕਿਤੇ ਅਜਾਏ ਤਾਂ ਨਹੀਂ ਗਵਾ ਰਹੇ। ਜਿਸ ਤਰ੍ਹਾਂ ਮਿਰਗ ਇੱਧਰ ਉੱਧਰ ਭਟਕ ਕੇ ਕਸਤੂਰੀ ਲੱਭਦਾ ਫਿਰਦਾ ਹੈ ਨਾ, ਕਿਤੇ ਅਸੀਂ ਵੀ ਕਿਤੇ ਇੱਧਰ ਉੱਧਰ ਸੁੱਖਾਂ ਦੀ ਭਾਲ ਦੇ ਵਿੱਚ ਭਟਕ ਤਾਂ ਨਹੀਂ ਫਿਰਦੇ, ਸਾਡੇ ਪਾਪ ਖਤਮ ਹੋ ਜਾਵਣ। ਜਿਹੜਾ ਸਾਡੇ ਕੋਲ ਹੈ ਉਹਦੇ ਤੋਂ ਅਸੀਂ ਦੂਰ ਬੈਠੇ ਹੋਏ ਹਾਂ। ਭੇਟਤ ਸੰਗ ਇਹ ਭਵਜਲ ਤਾਰੇ, ਜਿਹਦੇ ਭੇਟਣ ਦੇ ਨਾਲ, ਜਿਹਦੇ ਚਰਨਾਂ ਦੇ ਨਾਲ ਜੁੜੇ ਆ, ਇਹ ਭਵਜਲ ਸੰਸਾਰ ਤੋਂ ਤਰਿਆ ਜਾ ਸਕੇ। ਕਿਉਂਕਿ ਭਵਜਲ ਸੰਸਾਰ ਇਸ ਤਰ੍ਹਾਂ ਦਾ ਹੈ ਨਾ, ਭਵਜਲ ਸੰਸਾਰ ਇਸ ਤਰ੍ਹਾਂ ਦਾ ਹੈ ਕਿ ਇਹਦੇ ਵਿੱਚ ਲੋਭ ਵੀ ਹੈ, ਹੰਕਾਰ ਵੀ ਹੈ, ਈਰਖਾ, ਦਵੈਸ਼, ਨਿੰਦਾ, ਚੁਗਲੀ, ਇਹ ਸਮੁੰਦਰ ਹੈ। ਸਤਿਗੁਰ ਪਾਤਸ਼ਾਹ ਜੀ ਸਮੁੰਦਰ ਆਖਿਆ ਸੰਸਾਰ ਨੂੰ। ਭੇਟ ਸੰਗ ਇਹ ਭਵਜਲ ਤਾਰੇ, ਭਵਜਲ ਤੋਂ ਭਾਵ ਹੈ ਸੰਸਾਰ ਸਮੁੰਦਰ। ਤੇ ਭਗਤ ਨਾਮਦੇਵ ਜੀ ਨੇ ਇਹ ਗੱਲ ਕਹਿ ਦਿੱਤੀ ਕਿ ਲੋਭ ਲਹਿਰ, ਲੋਭ ਦੀ ਲਹਿਰਾਂ ਇਸ ਭਵਜਲ ਸਮੁੰਦਰ ਵਿੱਚ ਵੱਜਦੀਆਂ ਪਈਆਂ ਨੇ। ਲੋਭ ਲਹਿਰ ਅਤ ਨੀਚਰ ਬਾਜੈ, ਕਾਇਆ ਡੂਬੇ ਕੇਸਵਾ। ਲੋਭ ਦੀਆਂ ਲਹਿਰਾਂ ਆਉਂਦੀਆਂ ਨੇ, ਕਾਮ ਦੀਆਂ ਲਹਿਰਾਂ ਆਉਂਦੀਆਂ ਨੇ, ਕ੍ਰੋਧ ਦੀਆਂ ਲਹਿਰਾਂ ਆਉਂਦੀਆਂ ਨੇ, ਈਰਖਾ ਦਵੈਸ਼ ਦੀਆਂ ਲਹਿਰਾਂ ਆਉਂਦੀਆਂ ਨੇ ਇਸ ਭਵਜਲ ਸੰਸਾਰ ਦੇ ਵਿੱਚ। ਸਤਿਗੁਰ ਦੇ ਅੱਗੇ ਬੇਨਤੀ ਕਰ, ਮਾਂ ਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਣ ਜਨ ਤਰਬ ਨਾ ਜਾਣੂ। ਮੈਨੂੰ ਤਰਨ ਦੀ ਜਾਂਚ ਨਹੀਂ, ਕਿਰਪਾ ਕਰਕੇ ਮੈਨੂੰ ਤਾਰ ਲੈ ਇਸ ਭਵਜਲ ਸੰਸਾਰ ਤੋਂ। ਤੇ ਗੁਰਮੁਖੋ ਜੇਕਰ ਸਤਿਗੁਰ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਆ ਨਾ, ਸਤਿਗੁਰ ਦੇ ਅੱਗੇ ਬੇਨਤੀ ਕਰਦੇ ਹਾਂ, ਇਸ ਭਵਜਲ ਸੰਸਾਰ ਤੋਂ ਅਸੀਂ ਕਰ ਸਕਦੇ ਹਾਂ। ਭੇਟਤ ਸੰਗ ਇਹ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ। ਕਹਿੰਦੇ ਨੇ ਭਾਈ ਸਿੱਖਾ, ਅਸਲ ਦੇ ਵਿੱਚ ਤੇਰੇ ਉਹ ਅਸਲੀ ਸੱਜਣ ਨੇ, ਓਏ ਸਾਜਨ ਓਏ ਮੀਤ ਪਿਆਰੇ, ਉਹੀ ਤੇਰੇ ਅਸਲੀ ਮਿੱਤਰ ਨੇ। ਜੋ ਹਮ ਕਉ ਹਰ ਨਾਮ ਚਿਤਾਰੇ, ਜਿਹੜੇ ਤੈਨੂੰ ਨਾਮ ਦੇ ਨਾਲ ਜੋੜਦੇ ਨੇ, ਪਰਮਾਤਮਾ ਦੇ ਨਾਲ ਜੋੜਨਾ ਕਰਦੇ ਨੇ, ਗੁਰਬਾਣੀ ਦੇ ਨਾਲ ਜੋੜਨਾ ਕਰਦੇ ਨੇ, ਅਸਲ ਦੇ ਵਿੱਚ ਤੇਰੇ ਉਹੀ ਮਿੱਤਰ ਨੇ। ਓਏ ਸਾਜਨ ਓਏ ਮੀਤ ਪਿਆਰੇ, ਭੇਟ ਜੋ ਹਮਕੋ ਹਰ ਨਾਮ ਚਿਤਾਰੇ। ਗੁਰਮੁਖੋ ਸਤਿਗੁਰ ਪਾਤਸ਼ਾਹ ਜੀ ਬਾਣੀ ਵਿੱਚ ਇੱਕ ਬੜੀ ਵਧੀਆ ਉਦਾਹਰਨ ਦਿੰਦੇ ਨੇ। ਕਹਿੰਦੇ ਨੇ ਜਿਨ੍ਹਾਂ ਦੇ ਸੰਦਣਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇ। ਕਹਿੰਦੇ ਸਾਡੇ ਅਸਲ ਮਿੱਤਰ ਉਹੀ ਹਨ, ਉਹੀ ਮਨੁੱਖ ਨੇ ਜਿਨ੍ਹਾਂ ਦੇ ਦੀਦਾਰ ਕੀਤਿਆਂ ਨਾ ਸਾਡੀ ਭੈੜੀ ਮਤ ਦੂਰ ਹੋ ਜਾਵੇ, ਸਾਡੀ ਪਾਪਾਂ ਵਾਲੀ ਮਤ ਜਿਹੜੀ ਦੂਰ ਹੋ ਜਾਵੇ, ਜਿਹੜਾ ਸਾਨੂੰ ਚੰਗੀ ਸਿੱਖਿਆ ਦੇਵੇ, ਜਿਹੜਾ ਸਾਨੂੰ ਚੰਗੀ ਸਿੱਖਿਆ ਦੇਵੇ। ਅਸਲ ਦੇ ਵਿੱਚ ਸਾਡੇ ਅਸਲੀ ਮਿੱਤਰ ਉਹੀ ਨੇ ਜਿਹੜੇ ਸਾਡਾ ਔਗਣ ਦੱਸਦਾ ਏ, ਸਾਡੇ ਮਾੜੇ ਕੰਮ ਦੱਸਦਾ ਏ, ਤੁਹਾਡੇ ਕੀਤੇ ਹੋਏ ਪਾਪਾਂ ਨੂੰ ਚਿਤਾਰਦਾ ਏ ਕਿ ਭਾਈ ਇਹ ਕੰਮ ਗਲਤ ਹੈ ਤੇਰੇ ਲਈ, ਇਸ ਨੂੰ ਠੀਕ ਕਰ, ਤੇਰਾ ਸੁਭਾਅ ਇੱਥੋਂ ਗਲਤ ਹੈ, ਇਸ ਨੂੰ ਠੀਕ ਕਰ, ਇਸ ਤਰ੍ਹਾਂ ਨਾ ਤੂੰ ਕਰਿਆ ਕਰ, ਇਹ ਕੰਮ ਗਲਤ ਹੈ। ਜਿਹੜਾ ਸਾਨੂੰ ਇਸ ਤਰ੍ਹਾਂ ਰੋਕ ਟੋਕ ਕਰਦਾ ਹੈ ਨਾ ਗੁਰਮੁਖ, ਅਸਲ ਦੇ ਵਿੱਚ ਸਾਡਾ ਮਿੱਤਰ ਅਸਲੀ ਉਹੀ ਹੁੰਦਾ ਹੈ, ਕਿਉਂਕਿ ਉਹ ਸਾਡੇ ਜੀਵਨ ਨੂੰ ਵਧੀਆ ਬਣਾ ਰਿਹਾ ਹੁੰਦਾ ਹੈ। ਕਹਿੰਦੇ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸਹੀ। ਅਸਲ ਦੇ ਵਿੱਚ ਸਾਡੇ ਅਸਲੀ ਮਿੱਤਰ ਉਹੀ ਨੇ ਜਿਹੜੇ ਸਾਡੀ ਭੈੜੀ ਮਤ ਨੂੰ ਦੂਰ ਕਰ ਦੇਵਣ। ਕਹਿੰਦੇ ਅੱਗੇ ਪਰ ਕਹਿ ਦਿੱਤਾ, ਹੋਂਠ ਡੈਂਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇ। ਕਹਿੰਦੇ ਨੇ ਹੋਂਠ ਡੈਂਦੀ ਜਗ ਸਬਾਇਆ। ਜਗ ਸਬਾਇਆ ਤੋਂ ਭਾਵ ਹੈ ਇਹ ਜਗਤ ਨੂੰ ਭਾਲ ਕੇ ਵੇਖ ਲਿਆ, ਇਸ ਜਗਤ ਨੂੰ ਭਾਲ ਕੇ ਵੇਖ ਲਿਆ ਏ, ਢੂੰਡ ਕੇ ਵੇਖ ਲਿਆ ਏ। ਜਨ ਨਾਨਕ ਵਿਰਲੇ ਕਈ, ਪਰ ਐਸੇ ਸੱਚੇ ਮਿੱਤਰ ਜਿਹੜੇ ਹੈ ਨਾ ਬੜੇ ਵਿਰਲੇ ਮਿਲਦੇ ਨੇ।
ਬੜੇ ਵਿਰਲੇ ਮਿਲਦੇ ਨੇ। ਹੋਰ ਸਾਰੇ ਮਿੱਤਰ ਮਿਲ ਜਾਵਣਗੇ, ਤੁਹਾਡੇ ਨਾਲ ਧੋਖਾਧੜੀ ਕਰਨ ਦੇ ਲਈ ਮਿੱਤਰ ਮਿਲ ਜਾਵਣਗੇ। ਤੁਹਾਡੀ ਵਾਹ ਕਰਨ ਦੇ ਲਈ, ਭਾਵੇਂ ਤੁਸੀਂ ਮਾੜਾ ਕੰਮ ਮਾੜਾ ਹੀ ਕਰਦੇ ਹੋਵੋ, ਤੁਹਾਡੀ ਵਾਹ ਕਰੀ ਜਾਣਗੇ। ਆਪ ਉਹਨਾਂ ਮਿੱਤਰਾਂ ਨੂੰ ਤੁਹਾਡੇ ਤੋਂ ਕੁਝ ਨਾ ਕੁਝ ਚਾਹੀਦਾ ਹੁੰਦਾ ਹੈ, ਇਸ ਲਈ ਉਹ ਤੁਹਾਡੀ ਵਾਹ ਕਰਦੇ। ਉਹ ਵਿਰਲੇ ਹੀ ਜਿਹੜੇ ਸੱਜਣ ਮਿਲਦੇ ਨੇ, ਜਿਹੜੇ ਤੁਹਾਨੂੰ ਅਸਲੀ ਜੀਵਨ ਦਾ ਮਾਰਗ ਦੱਸਦੇ ਨੇ। ਅਸਲ ਜੀਵਨ ਦਾ ਮਾਰਗ, ਸੱਚੇ ਜੀਵਨ ਦਾ ਮਾਰਗ, ਸੁੱਚੇ ਜੀਵਨ ਦਾ ਮਾਰਗ ਦੱਸਣ, ਅਸਲ ਦੇ ਵਿੱਚ ਉਹ ਸਾਡੇ ਅਸਲੀ ਮਿੱਤਰ ਨੇ। ਓਏ ਸਾਜਨ, ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ ਰਹਾਉ। ਕਹਿੰਦੇ ਜਾ ਕਾ ਸ਼ਬਦ ਸੁਣਤ ਸੁਖ ਸਾਰੇ। ਕਹਿੰਦੇ ਨੇ ਜਿਹਦੇ ਸ਼ਬਦ ਸੁਣਿਆ ਨਾ, ਜਿਹਦੇ ਸ਼ਬਦ ਸੁਣਿਆ, ਜਾ ਕਾ ਸ਼ਬਦ, ਜਿਨ੍ਹਾਂ ਦੇ ਬਚਨ ਸੁਣਿਆ, ਜਿਨ੍ਹਾਂ ਦੇ ਸ਼ਬਦ ਸੁਣਿਆ, ਇਹਦੇ ਸਾਰੇ ਸੁਖ ਪ੍ਰਾਪਤ ਹੋ ਜਾਵਣ। ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੇ ਟਹਿਲ ਜਮਦੂਤ ਬਿਦਾਰੇ। ਜਿਨ੍ਹਾਂ ਦੀ ਸੇਵਾ ਕੀਤਿਆਂ, ਜਿਨ੍ਹਾਂ ਦੀ ਟਹਿਲ ਸੇਵਾ ਕੀਤਿਆਂ ਜਮਦੂਤ ਦਾ ਨਾਸ ਹੋ ਜਾਵੇ। ਭਾਵ ਤੇਰੇ ਮਨ ਦੇ ਵਿੱਚੋਂ ਜਮਦੂਤਾਂ ਪ੍ਰਤੀ ਡਰ ਪੈ ਖਤਮ ਹੋ ਜਾਵੇ। ਜਾ ਕੇ ਸ਼ਬਦ ਸੁਣਤ ਸੁਖ ਸਾਰੇ, ਜਾ ਕੇ ਟਹਿਲ ਜਮਦੂਤ ਬਿਦਾਰੇ। ਜਾ ਕੇ ਧੀਰਕ ਇਸ ਮਨਹਿ ਸਧਾਰੇ। ਧੀਰਕ ਕਹਿੰਦੇ ਨੇ ਧੀਰਜ, ਸਧਾਰੇ ਕਹਿੰਦੇ ਨੇ ਸਹਾਰਾ ਦਿੰਦੀ ਹੈ। ਕਹਿੰਦੇ ਨੇ ਉਹੀ ਹਨ ਅਸਲੀ ਮਿੱਤਰ, ਜਿਨ੍ਹਾਂ ਦੀ ਦਿੱਤੀ ਹੋਈ ਧੀਰਜ, ਜਿਨ੍ਹਾਂ ਦਾ ਦਿੱਤਾ ਹੋਇਆ ਹੌਸਲਾ ਮੇਰੇ ਇਸ ਮਨ ਨੂੰ ਸਹਾਰਾ ਦਿੰਦਾ ਹੈ। ਅਸਲ ਦੇ ਵਿੱਚ ਉਹੀ ਮਿੱਤਰ ਨੇ। ਜਾ ਕੇ ਸਿਮਰਨ ਮੁਖ ਉਜਲਾਰੇ। ਕਹਿੰਦੇ ਜਿਹਦਾ ਸਿਮਰਨ ਕੀਤੇ ਨਾ, ਇਹ ਜਿਹੜੇ ਮੁਖ ਨੇ ਉਜਲੇ ਹੋ ਜਾਣ, ਰੋਸ਼ਨ ਹੋ ਜਾਣ। ਕਹਿੰਦੇ ਨੇ ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਇਹ ਮੁਖ ਉਜਲਾ ਹੋ ਜੇ। ਉਹਦਾ ਸਿਮਰਨ ਕਰ। ਸਿਮਰਨ ਇਸ ਤਰ੍ਹਾਂ ਕਰ, ਜਾਂ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿਨ ਸਦ ਬਲਹਾਰੇ। ਅੰਤਲੀਆਂ ਪੰਕਤੀਆਂ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਪ੍ਰਭੂ ਨੇ, ਪਰਮੇਸ਼ਰ ਨੇ, ਪਰਮਾਤਮਾ ਨੇ ਆਪ ਹੀ ਆਪਣੇ ਸੇਵਕਾਂ ਦਾ ਜੀਵਨ ਜਿਹੜਾ ਹੈ ਨਾ ਸੋਹਣਾ ਬਣਾ ਦਿੰਦਾ ਹੈ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਆਪਣੇ ਸੇਵਕਾਂ ਦਾ ਜੀਵਨ ਜਿਹੜਾ ਹੈ ਨਾ ਆਪ ਸਵਾਰਦਾ ਹੈ। ਜਿਹੜਾ ਤਾਂ ਸੇਵਕ ਬਣਦਾ ਹੈ ਨਾ ਉਸ ਰੱਬ ਦਾ, ਉਸ ਪਰਮਾਤਮਾ ਦਾ, ਕਹਿੰਦੇ ਨੇ ਉਹਦਾ ਜੀਵਨ ਜਿਹੜਾ ਸਵਰਗ ਬਣ ਜਾਂਦਾ ਹੈ, ਸੋਹਣਾ ਬਣ ਜਾਂਦਾ ਹੈ। ਸਰਨ ਨਾਨਕ ਤਿਨ ਸਦ ਬਲਹਾਰੇ। ਕਹਿੰਦੇ ਨੇ ਉਹਨਾਂ ਸੇਵਕਾਂ ਦੀ ਸ਼ਰਨ ਪੈਣਾ ਚਾਹੀਦਾ ਏ, ਉਹਨਾਂ ਤੋਂ ਸਦਾ ਹੀ ਕੁਰਬਾਨ ਹੋਣਾ ਚਾਹੀਦਾ ਏ, ਜਿਹੜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੇ ਨੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਗੁਰਮੁਖੋ, ਸਤਿਗੁਰ ਪਾਤਸ਼ਾਹ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਭਾਈ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰ ਲੈਣੇ, ਇਹ ਵੀ ਚਲੋ ਮੁਬਾਰਕ ਨੇ, ਨਮਸਕਾਰ ਕਰਨੀ ਚਾਹੀਦੀ ਏ ਸਤਿਗੁਰਾਂ ਨੂੰ। ਪਰ ਜਿੱਥੇ ਤੂੰ ਇਹ ਨਮਸਕਾਰ ਕਰਦਾ ਹੈ ਨਾ, ਉੱਥੇ ਸਤਿਗੁਰਾਂ ਦੀ ਬਾਣੀ ਦੇ ਨਾਲ ਵੀ ਸਾਂਝ ਪਾਏਗਾ ਤੇ ਬਾਣੀ ਨੂੰ ਪੜਨ ਦਾ ਯਤਨ ਵੀ ਕਰਿਆ ਕਰ। ਇਹ ਵੀ ਦਰਸ਼ਨ ਕਰਨੇ ਨੇ। ਸੇਵਾ ਜਿੱਥੇ ਬਾਹਰੀ ਰੂਪ ਤੇ ਕਰਦਾ ਹੈ ਨਾ, ਸੇਵਾ ਅੰਦਰਲੇ ਰੂਪ ਤੋਂ ਵੀ ਕਰਿਆ ਕਰ। ਜੇ ਨਾਮ ਸਿਮਰਨ ਕਰਦਾ ਹੈ ਨਾ,
ਜਿੱਥੇ ਬਾਹਰੀ ਤੌਰ ਤੇ ਕਰਦਾ ਉੱਥੇ ਅੰਦਰਲੇ ਤੌਰ ਤੇ ਵੀ ਕਰਿਆ ਕਰ। ਜਿਹਦੇ ਕੀਤਿਆਂ, ਜਿਹਦਾ ਨਾਮ ਜਪਿਆ, ਜਿਹਦੇ ਦਰਸ਼ਨ ਕੀਤਿਆਂ ਤੇਰੇ ਅਨੇਕਾਂ ਪਾਪ ਖਤਮ ਹੋ ਜਾਵਣ, ਉਤਰ ਜਾਵਣ। ਇਸੇ ਸਤਿਗੁਰਾਂ ਦੇ ਦਰਸ਼ਨ ਕਰਿਆ ਕਰ। ਇਸ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਿਆ ਕਰ। ਬਾਣੀ ਪੜ੍ਹ ਕੇ ਸਤਿਗੁਰਾਂ ਦੇ ਦਰਸ਼ਨ ਕਰਿਆ ਕਰ ਤੇ ਉਸ ਬਾਣੀ ਦੇ ਵਿੱਚੋਂ ਉਪਦੇਸ਼ ਹਾਸਲ ਕਰਕੇ ਆਪਣੇ ਜੀਵਨ ਨੂੰ ਤੂੰ ਸੁਹੇਲਾ, ਸੁਹਾਵਾ ਬਣਾ ਸਕਦਾ ਹੈ, ਸਵਰਗ ਬਣਾ ਸਕਦਾ ਹੈ। ਆਪਣੇ ਜੀਵਨ ਨੂੰ ਦੁੱਖਾਂ ਦਾ ਨਾਸ਼ ਕਰਾ ਸਕਦਾ ਹੈ ਆਪਣੇ ਜੀਵਨ ਦੇ ਵਿੱਚ। ਗੁਰਮੁਖੋ, ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਅਸੀਂ ਵੀ ਬਾਣੀ ਦੇ ਨਾਲ ਜੁੜੀਏ। ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਵਰਗ ਬਣਾ ਲਈਏ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਸਾਰੇ ਹੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣ, ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਸੋ ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਬਖਸ਼ਣ ਯੋਗ ਨੇ। ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਅਸੀਸ ਬਖਸ਼ਣਾ ਸਤਿਗੁਰ ਪਾਤਸ਼ਾਹ ਆਪਣੀ ਬਾਣੀ ਦੀ ਵਿਚਾਰ, ਆਪਣੇ ਹੁਕਮ ਦੀ ਵਿਚਾਰ ਅੱਗੇ ਤੋਂ ਆਪ ਹੀ ਕਰਵਾਲਿਆ ਕਰਨ, ਕਿਉਂਕਿ ਇਸ ਤੁਸ਼ ਬੁੱਧੀ ਦੇ ਵਿੱਚ ਕੁਝ ਨਹੀਂ, ਕੇਵਲ ਤਾਂ ਕੇਵਲ ਕੂੜ ਹੀ ਕੂੜ ਭਰਿਆ ਪਿਆ ਹੈ। ਇਹ ਸਤਿਗੁਰ ਪਾਤਸ਼ਾਹ ਆਪ ਹੀ ਰਹਿਮਤ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਸੋ ਆਪ ਜੀ ਦੇ ਸਨਮੁਖ ਹੋ ਕੇ ਆਪ ਜੀ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਹਾਂ। ਸੋ ਆਪ ਜੀ ਦੀਆਂ ਅਸੀਸਾਂ ਦੀ ਲੋੜ ਹੈ। ਅਸੀਸ ਬਖਸ਼ਣੀ, ਇਹ ਕਥਾ ਕਰਨੀ ਜਾ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਬਖਸ਼ਣ ਯੋਗ ਨੇ। ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।